सत श्री अकाल प्यारे विद्यार्थियों, की हाल है तुहाडा? हाँ जी बेटा, ਅਸੀਂ ਚੈਪਟਰ 1 और 2 ਦੇ ਵਿੱਚ ਮੈਟਰ ਦੇ ਬਾਰੇ ਬਹੁਤ ਡਿਟੇਲ 'ਚ ਡਿਸਕਸ ਕਰ ਚੁੱਕੇ ਹਾਂ। ਸੋ ਮੈਟਰ ਹੁੰਦਾ ਕੀ ਆ, ਯਾਨੀ ਪਦਾਰਥ ਕੀ ਹੁੰਦਾ? ਪਦਾਰਥ ਸਾਡੇ ਆਸ-ਪਾਸ ਸਾਰਾ ਜੋ ਜਗ੍ਹਾ ਕਵਰ ਕਰਦਾ ਉਹਨੂੰ ਅਸੀਂ ਪਦਾਰਥ ਬੋਲਦੇ ਹਾਂ। ਇਹ ਪਿਓਰ ਵੀ ਹੁੰਦਾ, ਇੰਪਿਓਰ ਵੀ ਹੁੰਦਾ, ਐਲੀਮੈਂਟਸ, ਕੰਪਾਊਂਡ ਜਿੰਨੇ ਵੀ ਮਿਕਸਚਰਸ ਨੇ ਸਾਰੇ ਪਦਾਰਥ ਨੇ। ठीक है जी। सो मैटर जड़ा यानी जड़ा पदार्थ आप पढ़ चुके हैं कि वो बहुत छोटे छोटे कणा तो मिलके बनया होंदा है, जो साडी इमेजिनेशन तो भी बहुत परे है। ठीक है। सो वो इन्ने छोटे कण होंदे ने। आओ अज असी उन्हां कणां बारे, उन्हां पार्टिकल्स बारे डिटेल च पढ़दे हां। असी देखते हैं कि साडे कोल हुण तक 118 तत्त जड़े ने वो लगभग ओदे अराउंड मिल चुके ने। ठीक है, जिन्हां विच कुछ ने हाइड्रोजन, कार्बन, नाइट्रोजन, ऑक्सीजन, आयरन, हीलियम आदि। ਇਹ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ। ਮਤਲਬ ਸਾਨੂੰ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਇਹਨਾਂ ਦੀ ਬਹੁਤ ਇੰਪੋਰਟੈਂਸ ਹੈ। ਇਹਨਾਂ ਦੇ ਵਿੱਚ ਜਿਵੇਂ ਆਕਸੀਜਨ ਦੀ ਗੱਲ ਕਰੀ, ਹੁਣ ਇਹ ਸਾਰੇ ਤੱਤ ਜਿਹੜੇ ਨੇ, ਐਲੀਮੈਂਟਸ ਜਿਹੜੇ ਨੇ, ਕਿਸੇ ਨਾ ਕਿਸੇ ਕਣਾਂ ਦੇ ਤੇ ਬਣੇ ਹੋਏ ਨੇ। ਠੀਕ ਹੈ ਨਾ। ਸੋ ਜਿਹੜੇ ਪਾਰਟੀਕਲਸ ਨੇ ਯਾਨੀ ਛੋਟੇ ਤੋਂ ਛੋਟੇ ਕਣਾਂ ਦੇ ਮਿਲ ਕੇ ਬਣੇ ਨੇ ਸਾਰੇ। ਜਿਵੇਂ ਅਗਰ ਅਸੀਂ ਕਿਚਨ ਦੀ ਗੱਲ ਕਰੀਏ, ਸਾਡਾ ਆਟਾ, ਫਲੋਰ ਹੈ, ਸ਼ੂਗਰ ਆ, ਬ੍ਰਾਊਨ ਸ਼ੂਗਰ ਆ, ਚਾਕਲੇਟ ਚਿਪਸ ਨੇ, ਬਟਰ ਆ, ਬੇਕਿੰਗ ਸੋਡਾ, ਕੋਈ ਵੀ ਚੀਜ਼ ਅਸੀਂ ਜੋ ਖਾਣੇ ਪੀਣੇ ਆ ਉਹ ਵੀ ਕਿੰਨਾ ਦੀ ਬਣੀ ਆ? ਪਾਰਟੀਕਲਸ ਦੀ ਬਣੀ ਆ, ਛੋਟੇ ਛੋਟੇ ਕਣਾਂ ਦੀ ਬਣੀ ਆ। ਠੀਕ ਹੈ ਨਾ। ਸੋ ਅਗਰ ਮੈਂ ਇੱਥੇ ਸ਼ੂਗਰ ਕ੍ਰਿਸਟਲ ਦੀ ਗੱਲ ਕਰਾਂ ਯਾਨੀ ਖੰਡ ਦੀ ਗੱਲ ਕਰਾਂ, ਖੰਡ ਦਾ ਅਗਰ ਗਲੂਕੋਜ਼ ਦੀ ਗੱਲ ਕਰੀਏ ਤੇ ਉਹਦਾ ਇੱਕ ਫਾਰਮੂਲਾ ਹੁੰਦਾ C6H12O6। ਹੁਣ ਇਹਦੇ ਵਿੱਚ ਵੀ ਕੀ ਆ? ਕਾਰਬਨ ਆ ਐਲੀਮੈਂਟ, ਆਕਸੀਜਨ ਐਲੀਮੈਂਟ ਆ ਤੇ ਇੱਕ ਹਾਈਡਰੋਜਨ ਐਲੀਮੈਂਟ ਹੈ ਨਾ। ਸੋ ਐਲੀਮੈਂਟ ਯਾਨੀ ਉਹ ਵੀ ਛੋਟੇ ਛੋਟੇ ਕਣ ਹੋਣਗੇ ਉਹਨਾਂ ਦੇ ਵਿੱਚ। ਔਰ ਬੇਟੇ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਜਿਸ ਦੇ ਨਾਲ ਆਈ ਦੇ ਨਾਲ ਤੇ ਤੁਹਾਡੀ ਆਈ ਯਾਨੀ ਸਾਡੀ ਸਾਰਿਆਂ ਦੀ ਆਈ ਵੀ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣੀ, ਵੱਖਰੇ ਵੱਖਰੇ ਐਲੀਮੈਂਟਸ ਤੋਂ ਮਿਲ ਕੇ ਬਣੀ, ਜਿਵੇਂ ਆਕਸੀਜਨ, ਕਾਰਬਨ, ਹਾਈਡਰੋਜਨ, ਫਾਸਫੋਰਸ, ਨਾਈਟ੍ਰੋਜਨ, ਕੈਲਸ਼ੀਅਮ। ਇਹ ਸਾਰੇ ਦੇ ਸਾਰੇ ਐਲੀਮੈਂਟਸ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਦੇ ਨੇ, ਜਿਨ੍ਹਾਂ ਨੂੰ ਅਸੀਂ ਕੀ ਨਾਮ ਦਿੰਦੇ ਆ? ਐਟਮਸ ਯਾਨੀ ਪਰਮਾਣੂ ਨਾਮ ਦਿੰਦੇ ਆ। ਸੋ ਜਿਹੜੀ ਵੀ ਮੈਟਰ ਹੁੰਦਾ ਜਿਹੜੀ ਛੋਟੇ ਛੋਟੇ ਕਣਾਂ ਤੋਂ ਮਿਲ ਕੇ ਬਣਦਾ ਆ ਉਹਨੂੰ ਅਸੀਂ ਕਿਹੜੇ ਨਾਮ ਨਾਲ ਜਾਣਦੇ ਆ? ਪਰਮਾਣੂ ਯਾਨੀ ਐਟਮਸ ਦੇ ਨਾਮ ਨਾਲ ਜਾਣਦੇ ਆ। ਹੁਣ ਐਟਮ ਹੈ ਕੀ? ਐਟਮ ਕਹਿੰਦਾ ਬਹੁਤ ਹੀ ਛੋਟਾ ਇੱਕ ਪਾਰਟੀਕਲ ਹੁੰਦਾ ਆ ਜਿਹੜਾ ਕਿ 5 ਲੱਖ ਗੁਣਾ ਛੋਟਾ ਹੋਏਗਾ। ਨੀਅਰਲੀ ਅਗਰ ਗੱਲ ਕਰੀਏ ਕਿ ਹਿਊਮਨ ਹੇਅਰ ਦੇ ਤੋਂ ਵੀ ਛੋਟਾ ਆ। ਠੀਕ ਹੈ ਨਾ। ਸੋ ਹਿਊਮਨ ਹੇਅਰ ਵੀ ਅਗਰ ਅਸੀਂ ਦੇਖ ਪਾ ਰਹੇ ਹਾਂ ਤੇ 5 ਲੱਖ ਗੁਣਾ ਇਹ ਐਟਮ ਦਾ ਸਾਈਜ਼ ਇੰਨਾ ਛੋਟਾ ਹੀ ਜਿਹਨੂੰ ਅਸੀਂ ਨੈਕਡ ਆਈ ਦੇ ਨਾਲ ਦੇਖ ਨਹੀਂ ਸਕਦੇ। ਸੋ ਅਸੀਂ ਇਹ ਸਿੱਖਿਆ ਕਿ ਜਿਹੜੇ ਪਾਰਟੀਕਲਸ ਨੇ, ਛੋਟੇ ਛੋਟੇ ਕਣ ਨੇ, ਸਭ ਤੋਂ ਛੋਟਾ ਕਣ ਜਿਹੜਾ ਵਾ ਕਿਸੇ ਵੀ ਪਦਾਰਥ ਦਾ, ਮੈਟਰ ਦਾ, ਅਸੀਂ ਉਸ ਨੂੰ ਕੀ ਕਹਿੰਦੇ ਆ? ਐਟਮ ਯਾਨੀ ਪਰਮਾਣੂ ਬੋਲਦੇ ਹਾਂ। ਠੀਕ ਹੈ। ਸੋ ਇਹਦਾ ਮਤਲਬ ਹੈ ਕਿ ਜਿੰਨੇ ਵੀ ਸਾਡੇ ਪੀਰੀਓਡਿਕ ਟੇਬਲ ਦੇ ਵਿੱਚ ਹੁਣ ਤੱਕ ਤੱਤ ਮਿਲ ਚੁੱਕੇ ਨੇ, ਨੀਅਰਲੀ 118 ਦੇ ਕਰੀਬ ਮਿਲ ਚੁੱਕੇ ਨੇ, ਉਹ ਸਾਰੇ ਜਿਹੜੇ ਤੱਤ ਨੇ ਸਾਡੇ ਕੋਲ 118 ਦੇ ਕਰੀਬ, ਉਹ ਹਰ ਤੱਤ ਕਾਹਦਾ ਬਣਿਆ? ਰਾਈਟ, ਐਟਮਸ ਦਾ ਬਣੇ। ਹੁਣ ਸਾਡੇ ਕੋਲ ਇੰਨੇ ਸਾਰੇ ਤੱਤਾਂ ਦੇ ਵਿੱਚ ਜਿਵੇਂ ਅਸੀਂ ਜਾਣਦੇ ਕਿ ਕੁਝ ਤੱਤ ਨੇ ਸਾਡੇ ਕੋਲ ਜਿਹੜੇ ਗੈਸਿਸ ਨੇ, ਜਿਵੇਂ ਆਸ-ਪਾਸ ਦੀ ਗੱਲ ਕਰੀਏ ਤੇ 2 ਉਦਾਹਰਨਾਂ ਦਿੱਤੀਆਂ ਨੇ ਤੁਹਾਨੂੰ, ਹਾਈਡਰੋਜਨ ਗੈਸ ਅਤੇ ਆਕਸੀਜਨ ਗੈਸ ਦੀ। ਉਵੇਂ ਹੀ ਬਹੁਤ ਸਾਰੀਆਂ ਹੋਰ ਗੈਸਾਂ ਨੇ ਜਿਵੇਂ ਨਾਈਟ੍ਰੋਜਨ ਆ। ਠੀਕ ਹੈ ਨਾ। ਕਾਰਬਨ ਡਾਈਆਕਸਾਈਡ ਹੁੰਦੀ, ਉਹ ਕੰਪਾਊਂਡ ਹੁੰਦਾ ਪਰ। ਠੀਕ ਹੈ। ਸੋ ਬਹੁਤ ਸਾਰੇ ਐਲੀਮੈਂਟਸ ਇਦਾਂ ਨੇ ਜੋ ਗੈਸਾਂ ਦੇ ਰੂਪ ਚ ਨੇ। ਕੁਝ ਐਲੀਮੈਂਟ ਸਾਡੇ ਕੋਲ ਇਦਾਂ ਦੇ ਨੇ ਜਿਹੜੇ ਠੋਸ ਯਾਨੀ ਸੋਲਿਡਸ ਰੂਪ ਵਿੱਚ ਹੁੰਦੇ ਨੇ, ਜਿਵੇਂ ਕਾਰਬਨ ਹੋ ਗਿਆ, ਗੋਲਡ ਹੋ ਗਿਆ, ਸੋਨਾ, ਚਾਂਦੀ ਹੋ ਗਿਆ, ਸਿਲਵਰ ਜਿਹਨੂੰ ਅਸੀਂ ਬੋਲਦੇ ਆ, ਲੋਹਾ ਹੋ ਗਿਆ, ਆਇਰਨ ਯਾਨੀ Fe ਹੋ ਗਿਆ। ਸੋ ਬਹੁਤ ਸਾਰੇ ਇਦਾਂ ਦੇ ਤੱਤ ਨੇ ਜਿਹੜੇ ਐਲੀਮੈਂਟਸ ਨੇ ਜਿਹੜੇ ਕਿਹਦੇ ਨੇ? ਠੋਸ ਨੇ। ਐਵੇਂ ਹੀ ਕੁਝ ਤੱਤ ਜਿਹੜੇ ਹੁੰਦੇ ਨੇ, ਐਲੀਮੈਂਟਸ ਹੁੰਦੇ ਨੇ, ਉਹ ਮਰਕਰੀ ਵਰਗੇ, ਬ੍ਰੋਮੀਨ ਵਰਗੇ ਜਿਹੜੇ ਨੇ ਉਹ ਦ੍ਰਵ ਰੂਪ ਵਿੱਚ ਹੁੰਦੇ ਨੇ ਯਾਨੀ ਲਿਕੁਇਡ ਹੁੰਦੇ ਨੇ। ਓਕੇ। ਸੋ ਮਰਕਰੀ ਦਾ ਫਾਰਮੂਲਾ ਤੁਸੀਂ ਲਰਨ ਕਰਨਾ, ਸਿੰਬਲ He और ब्रोमीन Br। ਮਰਕਰੀ ਤਾਤ ਹੈ, ਬ੍ਰੋਮੀਨ ਜੋ ਹੈ ਅਤਾਤ ਹੈ। ਨਾਓ ਜਿਵੇਂ ਅਸੀਂ ਗੱਲ ਕਰੀਏ ਸੋਡੀਅਮ ਤੱਤ ਯਾਨੀ ਸੋਡੀਅਮ ਐਲੀਮੈਂਟ ਔਰ ਕਲੋਰੀਨ ਐਲੀਮੈਂਟ। ਸੋਡੀਅਮ 11 ਨੰਬਰ ਤੇ ਹੁੰਦਾ ਔਰ ਕਲੋਰੀਨ 17 ਨੰਬਰ ਤੇ ਹੁੰਦਾ। ਉਹ ਅੱਗੇ ਅਸੀਂ ਡਿਟੇਲ ਚ ਡਿਸਕਸ ਕਰਾਂਗੇ। ਰਾਈਟ। ਸੋ ਸੋਡੀਅਮ ਤੱਤ ਅਤੇ ਕਲੋਰੀਨ ਤੱਤ ਜਦੋਂ ਵੀ ਮਿਲਦੇ ਨੇ ਯਾਨੀ ਜੇ ਅਗਰ 2 ਤੱਤ ਮਿਲਦੇ ਨੇ ਤੇ ਉਹ ਕੰਪਾਊਂਡਸ ਬਣਾਉਂਦੇ ਨੇ। ਠੀਕ ਹੈ ਨਾ। ਸੋ ਕੰਪਾਊਂਡਸ ਯਾਨੀ ਯੌਗਿਕ ਬਣਾਉਂਦੇ ਨੇ। ਸੋ ਇਹ ਕੀ ਬਣ ਗਿਆ ਸਾਡੇ ਕੋਲ? ਸੋਡੀਅਮ ਕਲੋਰਾਈਡ ਯਾਨੀ ਸਧਾਰਨ ਲੂਣ ਜਿਹੜੀ ਅਸੀਂ ਘਰਾਂ ਦੇ ਵਿੱਚ ਵਰਤਦੇ ਆ, ਟੇਬਲ ਸਾਲਟ ਬੋਲਦੇ ਆ। ਇੱਕ ਕੈਮੀਕਲ ਰਿਐਕਸ਼ਨ ਹੁੰਦੀ ਆ
ਤੇ ਇਹੀ ਕੈਮੀਕਲ ਰਿਐਕਸ਼ਨ ਨੂੰ ਅਗਰ ਰਿਵਰਸ ਕਰ ਦਿੱਤਾ ਜਾਏ ਤੇ ਸਾਡੇ ਕੋਲ ਕੀ ਬਣ ਗਿਆ, ਸੋਡੀਅਮ अलग और क्लोरीन अलग। मतलब अगर गल करिए तो सोडियम के अपने कुछ गुण ने और क्लोरीन के अपने कुछ गुण ने, जो मिल जाते हैं तो ये एक नवा कंपाउंड बन जाता यौगिक जिहड़ा सोडियम क्लोराइड, ਉਹਦੇ अपने अलग गुण ਹੁੰਦੇ ਨੇ। सो ਇੱਥੇ ਵੀ ਇੱਕ ਨਵਾਂ ਕੰਪਾउंड ਆ ਜਿਵੇਂ ਆਇਰਨ, Fe ਆਇਰਨ ਹੁੰਦਾ, ਆਕਸੀਜਨ O ਹੁੰਦਾ, ठीक है। ਜਦੋਂ ਹਵਾ ਦੇ ਵਿੱਚ ਲੋਹਾ ਕਿਰਿਆ ਕਰਦਾ, ਯਾਨੀ ਹਵਾ ਲੋਹੇ ਤੇ ਕਿਰਿਆ ਕਰਦੀ ਪਾਣੀ ਦੇ ਨਾਲ, ਸੋ ਆਇਰਨ ਨੂੰ ਰਸਟ ਲੱਗ ਜਾਂਦੀ ਹੈ, ਆਇਰਨ ਆਕਸਾਈਡ ਬਣ ਜਾਂਦਾ ਜਿਹਨੂੰ ਅਸੀਂ ਜੰਗਾਲ ਬੋਲਦੇ ਨੇ। ਸੋ ਇਹ ਵੀ ਕੈਮੀਕਲ ਰਿਐਕਸ਼ਨ ਦਾ ਕੰਪਾਊਂਡ ਬਣ ਜਾਂਦਾ। ਸੋ ਨੈਕਸਟ ਇੱਕ ਹੋਰ ਕੰਪਾਊਂਡ ਆ ਆਕਸੀਜਨ ਅਤੇ ਮਰਕਰੀ, ਦੋਨਾਂ ਦੇ ਸੁਮੇਲ ਤੋਂ ਬਣਦਾ ਹੈ, ਠੀਕ ਹੈ। ਸੋ O ਫॉर ਆਕਸੀਜਨ ਐਂਡ H ਫॉर ਮਰਕਰੀ, ਪਾਰਾ। ਸੋ ਦੋਨੋਂ ਜਦੋਂ ਮਿਲਦੇ ਨੇ ਤੇ ਇੱਕ ਯੈਲੋਇਸ਼ ਕਲਰ ਦਾ ਪਾਊਡਰ ਫਾਰਮ ਹੁੰਦਾ ਹੈ, ਯੈਲੋਇਸ਼ ਕਲਰ ਦਾ ਪਾਊਡਰ ਬਣਦਾ ਹੈ ਜਿਸ ਦਾ ਨਾਮ ਕੀ ਹੈ ਜੀ, ਮਰਕਰੀ ਆਕਸਾਈਡ, ठीक है जी, मरकरी ऑक्साइड। सो ये सारे यौगिक ने HCO ਦਾ ਫਾਰਮੂਲਾ ਹੁੰਦਾ। ਸੋ ਅਸੀਂ ਇਹੀ ਪੜ੍ਹ ਰਹੇ ਹਾਂ ਕਿ ਕਾਫੀ ਸਾਰੇ ਤੱਤ ਜਦੋਂ ਮਿਲਦੇ ਨੇ, ਸੋ ਤੱਤਾਂ ਦੇ ਵਿੱਚ ਛੋਟੇ ਛੋਟੇ ਪਾਰਟੀਕਲਸ ਹੁੰਦੇ ਨੇ, ਇਸੇ ਤਰ੍ਹਾਂ ਕੰਪਾਊਂਡਸ ਵੀ ਛੋਟੇ ਪਾਰਟੀਕਲਸ ਐਲੀਮੈਂਟਸ ਤੋਂ ਬਣਦਾ ਹੈ ਤੇ ਐਲੀਮੈਂਟਸ ਅਗੋ ਫॉर ਐਟਮਸ ਤੋਂ ਬਣਦੀਆਂ ਨੇ। ਸੋ ਇੱਥੇ ਕਹਿੰਦਾ ਆਲ ਮੈਟਰ ਵੈਦਰ ਐਨ ਐਲੀਮੈਂਟ, ਚਾਹੇ ਉਹ ਐਲੀਮੈਂਟ ਆ, ਅ ਕੰਪਾਊਂਡ ਆ, ਯੌਗਿਕ ਆ ਜਾਂ ਇੱਕ ਮਿਸ਼ਰਣ ਆ ਯਾਨੀ ਮਿਕਸਚਰ ਆ, ਇਜ਼ ਮੇਡ ਅਪ ਆਫ ਵੈਰੀ ਟਾਈਨੀ ਪਾਰਟੀਕਲਸ, ਬੜੇ ਛੋਟੇ ਛੋਟੇ ਕਣਾਂ ਤੋਂ ਸਾਰੇ ਮਿਲ ਕੇ ਬਣਦੇ ਨੇ, ਜਿਹਨੂੰ ਅਸੀਂ ਕੀ ਕਹਿੰਦੇ ਆ, ਐਟਮਸ ਕਹਿੰਦੇ ਆ, ਯਾਨੀ ਪਰਮਾਣੂ ਕਹਿੰਦੇ ਆ। ਸੋ ਇੱਥੇ ਨੇ ਕਿਹਾ ਕਿ ਐਲੀਮੈਂਟ ਹੋਣ, ਤੱਤ ਹੋਣ, ਕੰਪਾਊਂਡ ਹੋਣ, ਯੌਗਿਕ ਹੋਣ, ਮਿਕਸਚਰ ਹੋਣ ਯਾਨੀ ਮਿਸ਼ਰਣ ਹੋਣ, ਇਹ ਸਾਰੇ ਦੇ ਸਾਰੇ ਹੀ ਛੋਟੇ ਛੋਟੇ ਪਾਰਟੀਕਲਸ ਤੋਂ ਮਿਲ ਕੇ ਬਣਦੇ ਆ। ਸੋ ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਆ, ਐਟਮਸ ਬੋਲਦੇ ਆ। ਆਓ ਅਸੀਂ ਗੱਲ ਕਰਦੇ ਆ ਅੱਗੇ ਗੋਲਡ ਦੀ, ਯਾਨੀ AU ਇਹਦਾ ਸਿੰਬਲ ਹੁੰਦਾ ਆ ਗੋਲਡ। ਗੋਲਡ ਕੀ ਆ, ਇਹਨੂੰ AU ਇਸ ਕਰਕੇ ਲਿਖਦੇ ਕਿਉਂਕਿ ਔਰਮ ਇਹਦਾ ਜੋ ਨੇਮ ਹੈ ਐਗਜ਼ੈਕਟ ਚ ਸੀਗਾ, ਉਹ ਅੱਗੇ ਅਸੀਂ ਡਿਟੇਲ ਚ ਕਰਾਂਗੇ ਇੱਕ ਵਾਰੀ ਫਿਰ, ਠੀਕ ਹੈ। ਸੋ ਗੋਲਡ ਦਾ ਛੋਟਾ ਜਿਹਾ ਟੁਕੜਾ ਲਿਆ ਸੀ, ਉਹ ਚ ਛੋਟੇ ਛੋਟੇ ਕਣ ਦਿਖ ਰਹੇ ਤੁਹਾਨੂੰ, ਯੈਲੋਇਸ਼ ਕਲਰ ਦੇ ਦਿਖਾਏ ਜਾ ਰਹੇ ਛੋਟੇ ਛੋਟੇ ਕਣ। ਸਭ ਤੋਂ ਛੋਟੇ ਕਣ ਜਿਹੜੇ ਵੀ ਹੋਣਗੇ ਉਸੇ ਗੋਲਡ ਦੇ ਟੁਕੜੇ ਦੇ, ਸੋ ਉਹਨਾਂ ਛੋਟੇ ਛੋਟੇ ਕਣਾਂ ਨੂੰ ਯਾਨੀ ਪਾਰਟੀਕਲਸ ਨੂੰ ਅਸੀਂ ਕੀ ਕਹਿੰਦੇ ਆ, ਯੈਸ, ਉਹਨਾਂ ਨੂੰ ਅਸੀਂ ਐਟਮਸ ਕਹਿੰਦੇ ਆ ਯਾਨੀ ਪਰਮਾਣੂ ਕਹਿੰਦੇ ਆ, ਰਾਈਟ। ਸੋ ਜਿਹੜੀ ਵੀ ਕੋਈ ਤੱਤ ਅਸੀਂ ਐਗਜ਼ਾਮਪਲ ਲਈ ਸੀ ਗੋਲਡ ਦੀ, ਸੋ ਕੋਈ ਵੀ ਤੱਤ ਜਿਹੜਾ ਆ ਉਹਦੇ ਛੋਟੇ ਛੋਟੇ ਕਣ ਕਿਹੜੇ ਨੇ, ਐਟਮਸ ਹੁੰਦੇ ਨੇ। ਹੁਣ ਐਟਮਸ ਕੀ ਨੇ ਔਰ ਇਹਨਾਂ ਨੂੰ ਡਿਸਕਵਰ ਕਿੰਨੇ ਕੀਤਾ, ਸੋ ਆਓ ਅੱਗੇ ਕਰਦੇ ਹਾਂ। ਹੂ ਡਿਸਕਵਰਡ ਐਟਮਸ, ਯਾਨੀ ਐਟਮਸ ਦੀ ਖੋਜ ਕਿੰਨੇ ਕੀਤੀ। ਖੋਜ ਬੇਟਾ ਡਿਸਕਵਰੀ ਹੁੰਦੀ ਆ ਉਹਨਾਂ ਚੀਜ਼ਾਂ ਦੀ ਜਿਹੜੀ ਆਲਰੇਡੀ ਮੌਜੂਦ ਹੁੰਦੀਆਂ ਨੇ, ਉਹਨੂੰ ਅਸੀਂ ਡਿਸਕਵਰੀ ਬੋਲਦੇ ਹਾਂ। ਕਹਿੰਦੇ 600 BC ਅਰਾਊਂਡ ਅਗਰ ਗੱਲ ਕਰੀਏ ਤੇ ਮਹਾਰਿਸ਼ੀ ਕਨਾਡ, ਇੰਡੀਅਨ ਜੋ ਇੱਕ ਫਿਲਾਸਫਰ ਰਹੇ ਨੇ, ਦਾਰਸ਼ਨਿਕ ਰਹੇ ਨੇ, ਮਹਾਰਿਸ਼ੀ ਕਨਾਡ, ਇਹਨਾਂ ਨੂੰ ਹੀ ਦ ਪ੍ਰਪਾਉਂਡਰ ਆਫ ਐਟੋਮਿਕ ਥਿਊਰੀ ਮੰਨਿਆ ਜਾਂਦਾ ਹੈ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਜਿਹੜਾ ਵੀ ਬ੍ਰਹਮੰਡ 'ਚ ਜਿਹੜੀ ਵੀ ਵਸਤੂ ਪਦਾਰਥ ਹੈ ਸਭ ਤੋਂ ਛੋਟੇ ਕਣਾਂ ਨਾਲ ਮਿਲ ਕੇ ਬਣਿਆ ਹੈ, ਠੀਕ ਹੈ। ਸੋ ਉਸ ਟਾਈਮ ਇਹਨਾਂ ਨੇ ਨਾਮ ਦਿੱਤਾ ਸੀ ਪਰਮਾਣੂ, ਕਲੀਅਰ। ਸੋ ਇਹਨਾਂ ਨੇ ਨਾਮ ਦਿੱਤਾ ਪਰਮਾਣੂ, ਇਸ ਕਰਕੇ ਸਮਟਾਈਮਸ ਇਹਨਾਂ ਨੂੰ ਫਾਦਰ ਆਫ ਐਟੋਮਿਕ ਥਿਊਰੀ, ਇੰਡੀਅਨ ਫਾਦਰ ਆਫ ਐਟੋਮਿਕ ਥਿਊਰੀ ਵੀ ਬੋਲ ਦਿੰਦੇ ਆ। ਸੋ 400 BC ਦੇ ਅਰਾਊਂਡ ਇੱਕ ਗ੍ਰੀਕ ਦਾਰਸ਼ਨਿਕ ਰਹੇ ਨੇ ਡੈਮੋਕ੍ਰਿਟਸ, ਔਰ ਇਹਨਾਂ ਨੇ ਵੀ ਇੱਕ ਚੀਜ਼ ਦੇਖੀ, ਇਹਨਾਂ ਨੇ ਵੀ ਐਟਮ ਦੇ ਵਿੱਚ ਆਪਣੇ ਵਿਚਾਰ ਦਿੱਤੇ ਇਸ ਦੇ ਲਈ। ਇੱਕ ਵਾਰੀ ਉਹ ਕੀ ਕਰ ਰਹੇ ਸੀ, ਐਪਲ ਕੱਟ ਕਰ ਰਹੇ ਸੀ, ਉਹਨਾਂ ਨੇ ਐਪਲ ਦੇ ਟੁਕੜੇ ਕੀਤੇ, ਕੱਢਦੇ ਬਹੁਤ ਛੋਟੇ ਇੰਨੇ ਸਾਰੇ ਟੁਕੜੇ ਕੱਢਦੇ ਗਏ ਕਿ ਉਹਨਾਂ ਨੇ ਦੇਖਿਆ ਕਿ ਜਦ ਵੀ ਅਸੀਂ ਕਿਸੇ ਪਦਾਰਥ, ਉਹਨਾਂ ਨੇ ਪਦਾਰਥ ਤੇ ਐਪਲ ਲਿਆ, ਕਹਿੰਦੇ ਜਦ ਵੀ ਅਸੀਂ ਕਿਸੇ ਪਦਾਰਥ ਨੂੰ ਇੰਨੇ ਛੋਟੇ ਟੁਕੜੇ ਕੱਢਦੇ ਆ, ਉਹ ਇੱਕ ਟਾਈਮ ਆਇਆ ਉਹਨਾਂ ਕੋਲ ਕਿ ਇੱਕ ਬਹੁਤ ਛੋਟਾ ਜਿਹਾ ਟੁਕੜਾ ਹੋ ਗਿਆ ਐਪਲ ਦਾ ਜਿਹਨੂੰ ਅੱਗੇ ਕੱਟਿਆ ਨਹੀਂ ਗਿਆ, ਠੀਕ ਹੈ ਨਾ। ਸੋ ਉਸ ਟੁਕੜੇ ਨੂੰ ਅੱਗੇ ਉਹ ਕੱਟ ਹੀ ਨਹੀਂ ਪਾਏ। ਸੋ ਉਹਨਾਂ ਨੇ ਦੇਖਿਆ ਕਿ ਹਰ ਕੋਈ ਪਦਾਰਥ, ਜਿਵੇਂ ਐਪਲ ਇੱਕ ਪਦਾਰਥ ਸੀ, ਉਹਨਾਂ ਨੇ ਸੋਚਿਆ ਵੀ ਐਵੇਂ ਦੇ ਜਿਹੜਾ ਵੀ ਕੋਈ ਪਦਾਰਥ ਆ ਉਹ ਹਮੇਸ਼ਾ ਜਦੋਂ ਵੀ ਉਹਨੂੰ ਵੰਡਾਂਗੇ, ਤੋੜਾਂਗੇ, ਟੁੱਟੇਗਾ ਨਹੀਂ, ਇੱਕ ਜਦੋਂ ਇੱਕ ਸਥਿਤੀ ਆ ਜਾਏਗੀ ਉਹ ਅੱਗੇ ਨਹੀਂ ਟੁੱਟ ਸਕੇਗਾ, ਕੱਟਿਆ ਜਾਏਗਾ। ਸੋ ਇੱਥੋਂ ਹੀ ਉਹਨਾਂ ਨੇ ਇੱਕ ਵਰਡ ਦਿੱਤਾ ਐਟੋਮੋਸ, ATOMOS, ਐਟੋਮੋਸ, ਜਿਹਦਾ ਮਤਲਬ ਹੁੰਦਾ ਅਨਕਟਏਬਲ, ਯਾਨੀ ਅੱਗੇ ਕੱਟਿਆ ਨਹੀਂ ਜਾ ਸਕਦਾ। ਸੋ ਇੱਥੋਂ ਹੀ ਅੱਗੇ ਸ਼ੁਰੂਆਤ ਹੋ ਗਈ ਕੈਮਿਸਟਰੀ ਦੀ। ਸੋ ਅੱਗੇ 700 AD ਯਾਨੀ 700 AD ਯਾਨੀ ਉਦੋਂ ਇੱਕ ਜ਼ਬੀਰ ਇਬਨ ਹਾਨ ਨਾਮ ਦੇ ਜੋ ਪਰਸਨ ਸੀਗੇ, ਉਹਨਾਂ ਨੇ ਵੀ ਆਪਣੇ ਕੁਝ ਕੈਮਿਸਟਰੀ ਦੇ ਵਿੱਚ ਯੋਗਦਾਨ ਦਿੱਤੇ। ਉਹਨਾਂ ਨੇ ਸੋਚਿਆ ਕਿ ਜਦੋਂ ਵੀ ਅਸੀਂ ਜਦੋਂ ਵੀ ਕਿਸੇ ਵੀ ਸਾਲਟ ਸੋਲਿਊਸ਼ਨ ਨੂੰ, ਘੋਲ ਨੂੰ ਅੱਗ ਤੇ ਰੱਖ ਕੇ
ਜਲਾਉਂਦੇ ਨੇ ਯਾਨੀ ਉਹਨੂੰ ਬੋਇਲ ਕਰਦੇ ਨੇ ਤੇ ਪਾਣੀ ਵਾਸ਼ਪ ਹੋ ਜਾਂਦਾ ਤੇ ਪਿੱਛੇ ਸਾਲਟ ਦੇ ਕ੍ਰਿਸਟਲਸ ਰਹਿ ਜਾਂਦੇ ਨੇ। ਉਹ ਵੀ ਸਾਲਟ ਕੀ ਆ? ਪਦਾਰਥ ਜਿਹਦੇ ਛੋਟੇ ਛੋਟੇ ਕਣਾਂ ਤੋਂ ਉਹਨਾਂ ਨੇ ਕਿਹਾ ਕਿ ਇਹ ਵੀ ਮਿਲ ਕੇ ਬਣਿਆ ਹੁੰਦਾ ਹੈ। ਉਸ ਤੋਂ ਬਾਅਦ ਇੱਕ ਜਿਹੜੇ ਸੀ ਫ੍ਰੈਂਚ ਇੱਕ ਕਪਲ ਆਇਆ, ਠੀਕ ਹੈ ਜੀ। ਸੋ ਐਂਟੋਨ ਲਿਵੋਇਜ਼ਰ ਔਰ ਉਹਨਾਂ ਦੀ ਜੋ ਵਾਈਫ ਸੀਗੀ ਮੈਰੀ ਐਨੇ ਪੌਲਸ, ਔਰ ਉਹਨਾਂ ਨੇ ਵੀ 1700 AD ਦੇ ਅਰਾਊਂਡ ਸੀਗਾ, ਯਾਨੀ 18ਵੀਂ ਸਦੀ ਦੇ ਅਰਾਊਂਡ ਇਹਨਾਂ ਦੀ ਜੋ ਸੀ ਐਂਟਰੀ ਹੋਈ ਸੀਗੀ। ਔਰ ਇਹਨਾਂ ਨੇ ਵੀ ਇੱਕ ਕੈਮਿਸਟਰੀ ਦੇ ਵਿੱਚ ਬਹੁਤ ਸਾਨੂੰ ਇੱਕ ਲਾਅ ਦਿੱਤਾ, ਇੱਕ ਨਿਯਮ ਦਿੱਤਾ ਜਿਹਦਾ ਨਾਮ ਹੈ ਜੀ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਯਾਨੀ ਸਥਿਰ ਪੁੰਜ ਦਾ ਨਿਯਮ। ਇਹਨਾਂ ਨੇ ਕਿਹਾ ਵੀ ਕੋਈ ਵੀ ਰਿਐਕਟੈਂਟ ਜਿਹੜੇ ਹੁੰਦੇ ਨੇ, ਜਿਹੜੀ ਚੀਜ਼ਾਂ ਆਪਸ ਵਿੱਚ ਰਿਐਕਟ ਕਰਦੀਆਂ ਨੇ, ਕਿਰਿਆ ਕਰਦੇ ਨੇ, ਉਹਨਾਂ ਦਾ ਜਿੰਨਾ ਪੁੰਜ ਹੁੰਦਾ ਰਿਐਕਸ਼ਨ ਹੋਣ ਤੋਂ ਬਾਅਦ ਵੀ ਉਹਦਾ ਪੁੰਜ ਓਨਾ ਰਹਿੰਦਾ, ਬਦਲਦਾ ਨਹੀਂ ਹੈ। ਜਿਵੇਂ ਅਗਰ ਗੱਲ ਕਰੀਏ ਲੌਗ, ਇੱਕ ਲੱਕੜੀ ਆ 30 ਕਿਲੋਗ੍ਰਾਮ ਦੀ ਆ, ਫਾਇਰ ਆ 1 ਕਿਲੋਗ੍ਰਾਮ ਦੀ ਆ, ਦੋਵੇਂ ਅਗਰ ਮਿਲਦੀਆਂ ਨੇ, ਰਿਐਕਸ਼ਨ ਹੋਈ, ਦੋਨਾਂ ਤੋਂ ਬਾਅਦ ਐਸ਼ ਯਾਨੀ ਰਾਖ ਬਣੀ 28 ਕਿਲੋ ਦੀ ਤੇ ਸਮੋਕ 3 ਕਿਲੋ ਦੀ। ਅਗਰ ਇੱਧਰ ਦੇਖੀਏ ਪਿੱਛੇ 31 ਕਿਲੋ ਸੀਗਾ ਤੇ ਦੂਸਰੀ ਸਾਈਡ ਤੇ ਵੀ 31 ਰਿਹਾ। ਕਹਿੰਦੇ ਮਾਸ ਯਾਨੀ ਪੁੰਜ ਖਤਮ, ਚੇਂਜ ਨਹੀਂ ਹੁੰਦਾ, ਉਹ ਕਾਂਸਟੈਂਟ ਰਹਿੰਦਾ ਹੈ ਪ੍ਰੋਡਕਟ ਦਾ ਵੀ ਤੇ ਰਿਐਕਟੈਂਟਸ ਦਾ ਵੀ, ਅਭਿਕਾਰਕਾਂ ਦਾ ਵੀ ਤੇ ਉਤਪਾਦਾਂ ਦਾ ਵੀ। ਹੁਣ ਇਹਨਾਂ ਨੇ ਕੀਤਾ ਕਿ ਸੀ ਐਕਸਪੈਰੀਮੈਂਟ, ਇਹਨਾਂ ਨੇ ਇੱਕ ਕੋਨਿਕਲ ਫਲਾਸਕ ਲਈ ਜਿਹਦੇ ਚ ਉਹਨਾਂ ਨੇ Na2SO4 ਸੋਲੂਸ਼ਨ ਲਿਆ ਜਿਹਨੂੰ ਸੋਡੀਅਮ ਸਲਫੇਟ ਬੋਲਦੇ ਆ, ਤਾਂ ਇੱਕ ਉਹਨਾਂ ਚ ਟਿਲਟ ਕਰਕੇ ਟੇਢੀ ਕਰਕੇ ਉਹਨਾਂ ਨੇ ਰੱਖ ਦਿੱਤੀ ਇੱਕ ਟੈਸਟ ਟਿਊਬ ਜਿਸ ਚ ਕੈਲਸ਼ੀਅਮ ਕਲੋਰਾਈਡ ਸੋਲੂਸ਼ਨ ਲਿਆ। ਫਿਰ ਉਹਨਾਂ ਨੇ ਉਹਦਾ weight ਨੋਟ ਕੀਤਾ, ਪੁੰਜ ਵੇਖਿਆ 300.23 ਗ੍ਰਾਮ ਦੇ ਅਰਾਊਂਡ ਆਇਆ, ਠੀਕ ਹੈ। ਸੋ ਫਿਰ ਉਹਨਾਂ ਨੇ ਹੌਲੀ ਜਿਹੀ ਇਦਾਂ ਉਹਨੂੰ ਟਿਲਟ ਕੀਤਾ ਕਿ ਉਹਦਾ ਜਿਹੜਾ ਸੋਲੂਸ਼ਨ ਆ ਟੈਸਟ ਟਿਊਬ ਦਾ ਵਿੱਚ ਡਿੱਗ ਜਾਏ। ਦੋਨਾਂ ਦਾ weight ਫਿਰ ਤੋਂ ਦੇਖਿਆ ਕਿ ਦੋਨਾਂ ਦਾ ਸਮਾਨ weight ਆਇਆ 300.23 ਗ੍ਰਾਮ। ਸੋ ਇੱਥੋਂ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਪਹਿਲਾ ਰਿਐਕਸ਼ਨ ਨਹੀਂ ਸੀ ਹੋਈ, ਦੋਨੋਂ ਮਿਲੇ ਨਹੀਂ ਸੀ ਤੇ ਬਾਅਦ ਚ ਰਿਐਕਸ਼ਨ ਹੋ ਗਈ। ਇਹਦਾ ਮਤਲਬ ਦੋਨਾਂ ਦੀ ਕੇਸਿਸ ਚ ਪੁੰਜ ਜਿਹੜਾ ਬਰਾਬਰ ਆਉਂਦਾ, ਸੋ ਪੁੰਜ ਨਹੀਂ ਬਦਲਦਾ ਰਿਐਕਸ਼ਨ ਦੇ ਕੇਸਿਸ ਦੇ ਵਿੱਚ। ਅਭਿਕਾਰਕਾਂ ਦਾ ਪਿੱਛੇ ਵੀ ਉਹੀ ਰਹਿੰਦਾ ਔਰ ਪ੍ਰੋਡਕਟਸ ਦਾ ਵੀ ਉਹੀ ਰਹਿੰਦਾ। ਉਸ ਤੋਂ ਬਾਅਦ ਕੁਝ ਹੋਰ ਥਿਊਰੀਜ਼ ਆਈਆਂ, ਕੁਝ ਹੋਰ ਨਿਯਮ ਆਇਆ, ਜਿਵੇਂ ਕਿ ਅਸੀਂ ਗੱਲ ਕਰੀਏ ਲਾਅ ਆਫ ਕਾਂਸਟੈਂਟ ਪ੍ਰੋਪੋਰਸ਼ਨ। ਲਾਅ ਯਾਨੀ ਇੱਕ ਨਿਯਮ ਆਇਆ, ਕਾਂਸਟੈਂਟ ਹੁੰਦਾ ਸਥਿਰ ਔਰ ਪ੍ਰੋਪੋਰਸ਼ਨ ਹੁੰਦਾ ਅਨੁਪਾਤ। ਹੁਣ ਇਹ ਕੀ ਕਹਿੰਦੇ ਸੀ? ਉਹਨਾਂ ਤੋਂ ਬਾਅਦ ਹੀ ਉਹਨਾਂ ਦੇ ਫ੍ਰੈਂਚ ਸੀਗੇ ਇਹ ਵੀ, ਠੀਕ ਹੈ। ਸੋ ਇਹ ਜੋਸਫ ਪ੍ਰੋਸਟ ਨੇ। ਸੋ ਇਹਨਾਂ ਦਾ ਜਿਹੜਾ ਇਹਨਾਂ ਨੇ ਲਾਅ ਦਿੱਤਾ, ਲਾਅ ਆਫ ਕੰਜ਼ਰਵੇਸ਼ਨ ਆਫ ਜੋ ਕਾਂਸਟੈਂਟ ਪ੍ਰੋਪੋਰਸ਼ਨਸ ਦਿੱਤਾ ਇਹਨਾਂ ਨੇ। ਇਸੇ ਕਰਕੇ ਇਸ ਲਾਅ ਨੂੰ ਸਮਟਾਈਮਸ ਅਸੀਂ ਜੋਸਫ ਪ੍ਰੋਸਟ ਲਾਅ ਵੀ ਬੋਲ ਦਿੰਦੇ ਆ, ਠੀਕ ਹੈ ਜੀ। ਸੋ ਇਹਨਾਂ ਨੇ ਕਿਹਾ ਕਿ ਇੱਕ ਗਿਵਨ ਕੰਪਾਊਂਡ ਜਿਹੜਾ ਵੀ ਕੋਈ ਯੌਗਿਕਾ ਜਾਂ ਕੋਈ ਬਣਦਾ ਆਲਵੇਜ਼ ਕੰਟੇਨਸ ਐਲੀਮੈਂਟ, ਉਹਦੇ ਜਿਹੜੇ ਵੀ ਐਲੀਮੈਂਟਸ ਹੋਣਗੇ ਉਹ ਇੱਕ ਫਿਕਸਡ ਇੱਕ ਸਰਟਨ ਪ੍ਰੋਪੋਰਸ਼ਨ ਵਿੱਚ ਹੋਣਗੇ ਬਾਈ ਮਾਸ। ਉਹਨਾਂ ਦਾ ਜਿਹੜਾ ਪੁੰਜ ਹੋਏਗਾ ਉਹ ਇੱਕ ਹਮੇਸ਼ਾ ਹੀ ਅਨੁਪਾਤ ਦੇ ਇੱਕ ਫਿਕਸਡ ਹੋਏਗਾ। ਕਲੀਅਰ ਹੈ ਜੀ? ਮਤਲਬ ਕਿ ਸਥਿਰ ਹੋਏਗਾ ਉਹਨਾਂ ਦਾ। ਜਿਵੇਂ ਅੱਗੇ ਐਗਜ਼ਾਮਪਲ ਕਰਾਂਗੇ ਉਤੋਂ ਥੋੜਾ ਕਲੀਅਰ ਵੀ ਹੋ ਜਾਏਗਾ ਤੁਹਾਨੂੰ ਸਾਰਿਆਂ ਨੂੰ। ਸੋ ਜੋਸਫ ਫਰੋਸਟ ਨੇ ਕਿਹਾ ਸੀਗਾ ਅ ਗਿਵਨ ਕੰਪਾਊਂਡ ਆਲਵੇਜ਼, ਕੋਈ ਵੀ ਜਿਹੜਾ ਕੰਪਾਊਂਡ ਹੈ ਸਾਡੇ ਕੋਲ, ਕੋਈ ਵੀ ਜਿਹੜਾ ਯੌਗਿਕਾ, ਠੀਕ ਹੈ, ਉਹਦੇ ਜਿਹੜੇ ਐਲੀਮੈਂਟਸ ਜਿਹੜੇ ਉਹਦੇ ਤੱਤ ਹੋਣਗੇ ਹਮੇਸ਼ਾ ਹੀ ਇੱਕ ਖਾਸ ਪ੍ਰੋਪੋਰਸ਼ਨ ਦੇ ਵਿੱਚ ਹੋਣਗੇ, ਇੱਕ ਖਾਸ ਅਨੁਪਾਤ ਦੇ ਵਿੱਚ ਹੋਣਗੇ ਆਪਣੇ weight ਨੂੰ ਲੈ ਕੇ। ਔਰ ਸਮਟਾਈਮਸ ਇਸੇ ਕਰਕੇ ਇਸੇ ਲਾਅ ਨੂੰ ਲਾਅ ਆਫ ਡੈਫੀਨਿਟ ਪ੍ਰੋਪੋਰਸ਼ਨ ਵੀ ਕਿਹਾ ਜਾਂਦਾ ਹੈ ਬਾय ਮਾਸ। ਇੱਥੇ ਤੁਸੀਂ ਦੇਖ ਸਕਦੇ ਹੋ ਕਿ CO ਉੱਪਰ ਹੈ, ਕਾਰਬਨ ਮੋਨੋਆਕਸਾਈਡ ਹੈ, ਨੀਚੇ CO2 ਹੈ, ਯਾਨੀ CO ਕਿੰਨੀ ਹੈ 12.01 ਅਗਰ ਲਈ ਤੇ ਉਹਦੇ ਵਿੱਚ ਆਕਸੀਜਨ 1 ਆਏਗਾ, ਯਾਨੀ 16 ਉਹਦਾ ਮਾਸ ਹੁੰਦਾ ਹੈ। ਕਲੀਅਰ? ਹੁਣ ਨੀਚੇ CO2 ਆ ਜਿੱਥੇ ਕਾਰਬਨ 1 ਹੈ, ਯਾਨੀ 12.01 ਉਹਦਾ ਮਾਸ ਹੋ ਗਿਆ, ਕਾਰਬਨ ਦਾ ਪੁੰਜ ਹੋ ਗਿਆ, ਔਰ ਆਕਸੀਜਨ ਦਾ ਪੁੰਜ 2 ਗੁਣਾ ਬਣ ਗਿਆ, ਯਾਨੀ 16 ਗੁਣਾ 2 ਕਿੰਨਾ ਆ 32 ਆ ਗਿਆ। ਕਲੀਅਰ ਹੈ ਜੀ? ਸੋ ਇੱਥੇ ਰੇਸ਼ੋ ਕਿੰਨੀ ਆ ਗਈ 2:1 ਆ ਗਈ। ਕਲੀਅਰ ਹੈ ਨਾ? 2 ਆਕਸੀਜਨ ਲੱਗੀ ਹੋਏ ਆ ਔਰ ਕਾਰਬਨ ਕਿੰਨਾ ਲੱਗਾ ਸੀ 1। ਸੋ ਇੱਥੇ ਫਿਕਸ ਪ੍ਰੋਪੋਰਸ਼ਨਸ ਰਹੇਗੀ। ਸੋ ਉਸ ਤੋਂ ਬਾਅਦ ਇਹਨਾਂ ਦੋਨਾਂ ਲਾਜ਼ ਨੂੰ ਅੰਡਰਸਟੈਂਡ ਕੀਤਾ ਗਿਆ ਬਾय ਨੈਕਸਟ ਜੋ ਆਏ ਸੀਗੇ ਇੰਗਲਿਸ਼ ਇੱਕ ਕੈਮਿਸਟ ਸੀਗੇ ਜੌਨ ਡਾਲਟਨ। ਸਰ ਜੌਨ ਡਾਲਟਨ ਨੇ 1801 ਤੋਂ ਲੈ ਕੇ 1810 ਦੇ ਵਿੱਚ ਬਹੁਤ ਡਿਟੇਲ ਨਾਲ ਸਟੱਡੀਜ਼ ਕੀਤੀ ਇਹਨਾਂ ਸਾਰੇ ਲਾਜ਼ ਨੂੰ, ਪੁਰਾਣੇ ਜਿੰਨੇ ਵੀ ਨਿਯਮ ਬਣ ਚੁੱਕੇ ਸੀਗੇ ਉਹਨਾਂ ਨੂੰ। ਫਿਰ ਉਹਨਾਂ ਨੇ ਦੇਖਿਆ ਔਰ ਉਹਨਾਂ ਨੇ ਇੱਕ ਸਾਡੇ ਕੋਲ ਪੋਸਟੂਲੇਟਸ ਦੇ ਦਿੱਤੇ। ਪੋਸਟੂਲੇਟਸ ਇਹਨਾਂ ਦੀ ਥਿਊਰੀ ਹੋ ਗਈ ਜਿਹਨੂੰ ਅਸੀਂ ਡਾਲਟਨਸ ਥਿਊਰੀ ਵੀ ਬੋਲ ਦਿੰਦੇ ਆ, ਠੀਕ ਹੈ। ਉਹਨਾਂ ਨੇ ਕਿਹਾ ਕਿ ਆਲ ਦਾ ਮੈਟਰ ਇਜ਼ ਮੇਡ ਅਪ ਆਫ ਵੈਰੀ ਸਮਾਲ ਪਾਰਟੀਕਲਸ ਕਾਲਡ ਐਟਮ। ਛੋਟੇ ਛੋਟੇ ਪਾਰਟੀਕਲਸ ਹੁੰਦੇ ਨੇ ਜਿਹਨੂੰ ਅਸੀਂ ਐਟਮਸ ਬੋਲਦੇ ਹਾਂ, ਜਿੱਦੋਂ ਪਦਾਰਥ ਬਣਦਾ ਹੈ। ਐਟਮਸ ਆਰ ਅਨਡਿਵਾਈਜ਼ੇਬਲ, ਮਤਲਬ ਅੱਗੋਂ ਕੱਟੇ ਨਹੀਂ ਜਾ ਸਕਦੇ, ਅੱਗੋਂ ਵੰਡੇ ਨਹੀਂ ਜਾ ਸਕਦੇ। Atoms can neither be created nor be destroyed. Atoms ਕਦੀ ਵੀ ਨਹੀਂ ਬਣਦੇ ਕਿਤੋਂ ਤੇ ਨਾ ਹੀ ਡਿਸਟਰੋਏ ਹੁੰਦੇ ਆ। ਇੱਕ
ਉਹਨਾਂ ਨੇ ਕਿਹਾ ਇੱਕ ਐਲੀਮੈਂਟ ਦੇ, ਇੱਕ ਤੱਤ ਦੇ ਅਗਰ ਗੱਲ ਕਰੀਏ ਤੇ ਉਹਦੇ ਸਾਰੇ ਜਿਹੜੇ ਐਟਮਸ ਨੇ ਇੱਕੋ ਜਿਹੇ ਹੋਣਗੇ, ਮਾਸ ਵੀ ਇੱਕੋ ਜਿਹੇਗਾ, ਤੇ ਉਹਨਾਂ ਦੇ ਗੁਣ ਵੀ ਇੱਕੋ ਜਿਹੇ ਹੋਣਗੇ। ਤੇ ਜੇ ਅਲੱਗ-ਅਲੱਗ ਲੈ ਲਈਏ ਤੇ ਉਹ ਹਮੇਸ਼ਾ ਉਹਨਾਂ ਦੇ ਗੁਣ ਵੀ ਅਲੱਗ-ਅਲੱਗ ਹੋਣਗੇ। ਠੀਕ ਹੈ ਨਾ। ਸੋ ਐਟਮਸ ਕੰਬਾਈਨ ਇਨ ਦਾ ਰੇਸ਼ੋ ਆਫ ਸਮਾਲ ਹੋਲ ਨੰਬਰਸ ਟੂ ਫਾਰਮ ਕੰਪਾਊਂਡਸ। ਅਸੀਂ ਹੁਣੇ ਗੱਲ ਕਰ ਚੁੱਕੇ ਹਾਂ, ਉਹੀ ਕਾਂਸਟੈਂਟ ਵਾਲੀ ਤੁਸੀਂ ਗੱਲ ਕਰ ਸਕਦੇ ਹੋ। ਅਗਰ ਗੱਲ ਕਰੀਏ ਤੇ ਇਹਨਾਂ ਨੇ ਵੀ ਇੱਕ ਲਾਅ ਦਿੱਤਾ, ਲਾਅ ਆਫ ਮਲਟੀਪਲ ਪ੍ਰੋਪੋਰਸ਼ਨਸ। ਉਹ ਵੀ ਦੋਨਾਂ ਲਾਅਸ ਨੂੰ ਕੰਬਾਈਨ ਕਰਕੇ ਬਣ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਦੋ ਐਲੀਮੈਂਟਸ ਮਿਲਦੇ ਨੇ ਤੇ ਇੱਕ ਯੋਗਿਕ ਬਣਦਾ ਹੈ, ਤੇ ਇੱਕ ਐਲੀਮੈਂਟ ਦਾ ਜਿਹੜਾ ਮਾਸ ਆ, ਠੀਕ ਹੈ, ਉਹ ਹਮੇਸ਼ਾ ਹੀ ਔਰ ਦੂਸਰੇ ਦਾ ਜਿਹੜਾ ਮਾਸ ਆ, ਯਾਨੀ 2 or more elements may combine in different ratios, ਉਹ ਹਮੇਸ਼ਾ ਡਿਫਰੈਂਟ ਰੇਸ਼ੋ ਚ ਹੋ ਸਕਦੇ ਨੇ ਅਗਰ ਉਹ ਇੱਕ ਤੋਂ ਜ਼ਿਆਦਾ ਕੰਪਾਊਂਡਸ ਬਣਾਉਂਦੇ ਨੇ। ਜਿਵੇਂ ਹਾਈਡਰੋਜਨ ਤੇ 2 ਹਾਈਡਰੋਜਨ ਲੱਗੇ ਤੇ ਇੱਕ ਵਾਟਰ ਲੱਗਾ, ਤੇ ਠੀਕ ਹੈ ਨਾ। ਸੋ 2/1 ਦੀ ਰੇਸ਼ੋ ਆ ਗਈ। ਹੋਲ ਨੰਬਰਸ ਲੈਣੇ ਆ। ਹੁਣ ਇੱਥੇ ਅਗਰ ਗੱਲ ਕਰੀਏ ਤੇ ਅਗਰ NO2 ਹੈ, ਠੀਕ ਹੈ, N ਦਾ ਪੁੰਜ ਕਿੰਨਾ 14, ਆਕਸੀਜਨ 2 ਹੈ ਤੇ 32 ਹੋ ਗਿਆ। ਕਲੀਅਰ। ਔਰ ਰਫਲੀ ਅਗਰ ਲਗਾਵਾਂ 14 ਗੁਣਾ 28 ਹੁੰਦਾ 2 ਨਾਲ, ਸੋ ਰਫਲੀ ਲਾਈਏ ਤੇ 1 ਦੀ ਰੇਸ਼ੋ 2 ਆ ਜਾਂਦੀ ਆ। ਠੀਕ ਹੈ ਨਾ। ਉਹਨਾਂ ਨੇ ਐਗਜ਼ੈਕਟ ਪੁਆਇੰਟਸ ਵਿੱਚ ਨਹੀਂ ਗਿਆ, ਉਹਨਾਂ ਨੇ ਕਿਹਾ ਕਿ ਹਾਂ ਹਮੇਸ਼ਾ ਜਿਹੜੇ ਐਟਮਸ ਹੁੰਦੇ ਨੇ ਉਹ ਕਿਵੇਂ ਰਿਐਕਟ ਕਰਦੇ ਨੇ, ਹਮੇਸ਼ਾ ਹੀ ਹੋਲ ਨੰਬਰਸ ਦੇ ਨਾਲ ਰਿਐਕਟ ਕਰਦੇ ਨੇ, ਪੂਰੇ ਨੰਬਰਸ ਹੁੰਦੇ ਨੇ, ਕਦੀ ਵੀ ਉਹ ਪੁਆਇੰਟਸ ਵਿੱਚ ਜਾਂ ਇਦਾਂ ਰਿਐਕਟ ਨਹੀਂ ਕਰਦੇ। ਅਗਰ ਮੈਂ ਇੱਥੇ ਕਾਰਬਨ ਮੋਨੋਆਕਸਾਈਡ ਦੀ ਗੱਲ ਕਰਾਂ, ਕਾਰਬਨ ਮੋਨੋਆਕਸਾਈਡ ਦੇ ਵਿੱਚ 1 ਕਾਰਬਨ 1 ਗ੍ਰਾਮ ਕਾਰਬਨ ਹੈ ਤੇ 1.33 ਗ੍ਰਾਮ ਆਕਸੀਜਨ ਹੈ। ਠੀਕ ਹੈ ਨਾ। ਤੇ ਅਗਰ ਕਾਰਬਨ ਡਾਈਆਕਸਾਈਡ ਆ ਤਾਂ ਉਹਦੇ ਵਿੱਚ 1 ਗ੍ਰਾਮ ਅਗਰ ਕਾਰਬਨ ਹੈ ਤੇ 2.66 ਗ੍ਰਾਮ ਕੌਣ ਹੈ ਜੀ, ਆਕਸੀਜਨ ਹੈ। ਸੋ ਉਹਦਾ ਡਬਲ ਹੋ ਗਿਆ। ਕਲੀਅਰ। ਸੋ ਨੈਕਸਟ ਆਉਂਦਾ ਹੈ ਸੇਮ ਪੋਸਟੂਲੇਟਸ ਪੁਰਾਣੇ ਵਾਲੇ ਐਡਅਪ ਹੋਏ ਨੇ, ਉਹੀ ਵਾਲੀ ਪਿਕਚਰ ਆ। ਸੋ ਇਹਦੇ ਵਿੱਚ ਸਾਰੀ ਡਿਟੇਲ ਦੇ ਵਿੱਚ ਨੇ ਕਿ ਆਲ ਮੈਟਰ, ਸਭ ਤੋਂ ਛੋਟੀ ਜਿਹੜੀ ਉਹਦੀ ਇਕਾਈ ਆ ਉਹ ਕੀ ਹੈ ਜੀ, ਐਟਮ ਯਾਨੀ ਪਰਮਾਣੂ ਹੈ। ਐਟਮ ਹੁੰਦਾ ਸੇਮ ਐਲੀਮੈਂਟ ਸਿਮਿਲਰ ਹੁੰਦੇ ਨੇ ਬਟ ਅਲੱਗ ਦੇ ਅਲੱਗ ਹੁੰਦੇ ਨੇ। ਸੋ ਮੈਟਰ ਇਜ਼ ਮੇਡ ਅਪ ਆਫ ਐਕਸਟ੍ਰੀਮਲੀ ਸਮਾਲ ਪਾਰਟੀਕਲਸ ਕਾਲਡ ਐਟਮਸ। ਹੁਣ ਇੱਥੇ ਕਹਿੰਦਾ ਆਲ ਐਟਮਸ ਆਫ ਅ ਗਿਵਨ ਐਲੀਮੈਂਟ ਆਰ ਆਇਡੈਂਟੀਕਲ। ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੇ ਆਇਰਨ ਆ, ਦੂਸਰੀ ਸਾਈਡ ਤੇ ਵੀ ਆਇਰਨ ਹੈ। ਲੋਹੇ ਦੇ ਤੱਤ ਦੇ 2 ਐਟਮਸ ਨੇ, ਉਹ ਵੀ ਇੱਕੋ ਜਿਹਾ, ਉਹ ਵੀ ਇੱਕੋ ਜਿਹਾ। ਸੋ ਲੋਹੇ ਦੇ ਤੱਤ ਦੇ ਅਗਰ ਗੱਲ ਕਰੀਏ, ਲੋਹੇ ਤੱਤ ਦੀ ਗੱਲ ਕਰੀਏ ਤੇ ਉਹਦੇ ਸਾਰੇ ਐਲੀਮੈਂਟਸ ਇੱਕੋ ਜਿਹੇ ਹੋਣਗੇ। ਆਬਵੀਅਸ ਹੈ। ਪਿਕਚਰ ਦੇਖੋ, ਉਹਨਾਂ ਦੋਨਾਂ ਦਾ ਮਾਸ ਨੋਟ ਕੀਤਾ ਜਾ ਰਿਹਾ। ਇੱਕ ਸਾਈਡ ਤੇ ਇੱਕ ਐਟਮ ਰੱਖਿਆ, ਦੂਜੀ ਸਾਈਡ ਤੇ ਦੂਜਾ ਐਟਮ ਰੱਖਿਆ ਜੀ, ਰਾਈਟ। ਉਹਨਾਂ ਦੋਨਾਂ ਸੇਮ ਲੋਹੇ ਦੇ ਨੇ, ਦੋਨਾਂ ਦਾ ਮਾਸ ਯਾਨੀ ਪੁੰਜ ਵੀ ਬਰਾਬਰ ਹੋਏਗਾ। ਕਲੀਅਰ। ਸੋ ਇੱਥੇ ਦੇਖੋ ਸਾਈਜ਼ ਵੀ ਉਹਨਾਂ ਦਾ ਬਰਾਬਰ ਹੋਏਗਾ ਕਿਉਂਕਿ ਉਹ ਵੀ ਲੋਹਾ ਹੈ, ਸੈਕਿੰਡ ਵਾਲਾ ਵੀ ਐਟਮ ਲੋਹਾ ਹੈ। ਸੋ ਇਹਦਾ ਮਤਲਬ ਕਿ ਅਗਰ ਸੇਮ ਐਲੀਮੈਂਟ ਲਈਏ ਤੇ ਉਹਨਾਂ ਦੀ ਕੈਮੀਕਲ ਗੁਣ ਜਿਹੜੇ ਨੇ ਆਲਮੋਸਟ ਸੇਮ ਹੁੰਦੇ ਨੇ। ਠੀਕ ਹੈ। ਔਰ ਫਿਜ਼ੀਕਲ ਵੀ ਸੇਮ ਹੋਣਗੇ, ਮਾਸ ਵੀ ਇੱਕੋ ਜਿਹਾ ਹੋਏਗਾ, ਸਾਈਜ਼ ਵੀ ਇੱਕੋ ਜਿਹਾ ਆਇਆ। ਹੁਣ ਅਸੀਂ ਅਲੱਗ ਗੱਲ ਕਰਦੇ ਡਿਫਰੈਂਟ ਐਲੀਮੈਂਟਸ ਚ ਕੀ ਹੁੰਦਾ ਹੈ। ਇੱਥੇ ਆਇਰਨ ਹੈ, Fe ਲਿਖਿਆ, ਇੱਕ ਚ S ਲਿਖਿਆ ਨਹੀਂ ਸਲਫਰ। ਸਾਈਜ਼ ਤੁਸੀਂ ਦੇਖ ਸਕਦੇ ਹੋ, ਅੰਦਾਜ਼ਾ ਲੱਗ ਸਕਦਾ ਤੁਹਾਨੂੰ। ਇੱਕ ਦਾ ਸਾਈਜ਼ ਅਲੱਗ ਹੈ, Fe ਥੋੜਾ ਵੱਡਾ ਦਿਖਾਇਆ ਹੋਇਆ, ਮਤਲਬ ਸਾਈਜ਼ ਚ ਫਰਕ ਆ ਗਿਆ। ਕਲੀਅਰ। ਔਰ ਭਾਰ ਤੋਲੋ ਯਾਨੀ ਮਾਸ ਨੋਟ ਕਰੋ, ਪੁੰਜ ਨੋਟ ਕਰੋ, ਆਇਰਨ ਹੈਵੀ ਆ। ਸੋ ਇਹਦਾ ਮਤਲਬ ਆਇਰਨ ਦੇ ਜਿਹੜੇ ਤੱਤ ਦੇ ਜਿਹੜੇ ਐਟਮਸ ਨੇ ਉਹ ਹੈਵੀ ਦਿਖਾਇਆ ਰਿਹਾ ਇੱਥੇ। ਠੀਕ ਹੈ ਨਾ, ਸਲਫਰ ਤੋਂ। ਦੈਟ ਮੀਨਸ ਕਿ ਅਗਰ ਅਲੱਗ-ਅਲੱਗ ਤੱਤ ਲਈਏ ਤੇ ਉਹਨਾਂ ਦੇ ਪੁੰਜ ਵੀ ਅਲੱਗ-ਅਲੱਗ ਹੋਣਗੇ। ਰਾਈਟ, ਆਬਵੀਅਸ ਹੈ। ਉਹਦੀਆਂ ਆਪਣੇ ਗੁਣ ਨੇ, ਉਹਦੇ ਆਪਣੇ ਗੁਣ ਨੇ, ਆਇਰਨ ਦੇ ਗੁਣ ਆਪਣੇ ਨੇ ਤੇ ਸਲਫਰ ਦੇ ਗੁਣ ਆਪਣੇ ਨੇ। ਸੋ ਕੈਮੀਕਲ ਪ੍ਰੋਪਰਟੀਜ਼ ਵੀ ਅਲੱਗ ਹੋਣਗੇ। ਕਲੀਅਰ ਹੈ ਜੀ। ਸੋ ਇੱਥੇ ਅਸੀਂ ਗੱਲ ਕਰ ਸਕਦੇ ਹਾਂ ਕਿ ਜੇ ਆਪਾਂ ਸੇਮ ਐਲੀਮੈਂਟਸ ਲਈਏ ਤੇ ਉੱਥੇ ਉਹਨਾਂ ਦੇ ਸਾਰੇ ਗੁਣ ਇੱਕੋ ਜਿਹੇ ਹੋਣਗੇ ਉਹਨਾਂ ਦੇ ਐਟਮਸ ਦੇ, ਪਰ ਜੇ ਆਪਾਂ ਅਲੱਗ ਲੈ ਲਈਏ ਤਾਂ ਉੱਥੇ ਉਹਨਾਂ ਦੇ ਅਲੱਗ ਹੋ ਜਾਣਗੇ। ਸੋ ਇੱਥੇ ਦੇਖੋ Fe ਆ, ਸਲਫਰ ਆ, ਦੋਨੋਂ ਕੰਬਾਈਨ ਕਰ ਰਹੇ, FeS ਬਣ ਗਿਆ। ਐਟਮਸ ਹਮੇਸ਼ਾ ਜਦੋਂ ਜੁੜਦੇ ਨੇ ਫਿਕਸਡ ਹੋਲ ਨੰਬਰ ਚ ਜੁੜਦੇ ਨੇ ਤੇ ਕੀ ਬਣਾਉਂਦੇ ਨੇ, ਯੋਗਿਕ ਬਣਾਉਂਦੇ ਨੇ। ਸੋ ਵੀ ਕੰਬਾਈਨ ਇਨ ਫਿਕਸਡ ਹੋਲ ਨੰਬਰ, ਮਤਲਬ ਉਹ 1:1 यानी एक Fe जुड़िया, एक सल्फर जुड़िया तो यौगिक बनाता है FeS। क्लियर है जी। सो नेक्स्ट गल करते हैं अगेन डाल्टन्स ने सारी थ्योरीज दित्तियां, एक प्रूफ दे दिता सीगा लिवॉइजर दे भी, जोसेफ प्रॉस दे उत्ते भी। सो मेन सानू इन्हां ने सानू डाल्टन मॉडल ऑफ द एटम दिता।
ठीक है। सो डाल्टन इंडिकेटेड एटम्स ऑफ एन एलिमेंट हैव, उन्होंने सारा कुछ जो भी सीगा उन्होंने एक्सप्लेन किया कि एटम्स किवें डिवाइजेबल अनडिवाइजेबल अगों नहीं वंडे जा सकते, ठीक है। और ए स्मॉलेस्ट जड़ा एक इकाई है यूनिट ऑफ ए मैटर उन्होंने दसिया सानू किन्ने डाल्टन ने। डाल्टन तो बाद बहुत सारे होर साइंटिस्ट आए जिन्हों ने बहुत सारी स्टडीज की और बहुत सारी अपनी थ्योरीज दी अलग अलग एटॉमिक थ्योरीज, ठीक है। उन्होंने डेवलपमेंट किया एटॉमिक थ्योरी दे विच घट्टो घट्ट 100 के अराउंड साल लग गए कि हर साइंटिस्ट ने अपनी अपनी थ्योरीज दी, किसी ने किसी नूं लैके किसी ने किसी नूं लैके, ठीक है ना। तो उन्होंने तो बाद साडे कोल एक रिजल्ट आया, वो आपां थ्योरीज अगे डिटेल च करांगे। साडे कोल रिजल्ट आया व्हाट आर एटम्स। The atom is a basic unit of matter, सब तो छोटी इकाई है that consists of a dense central nucleus, जिसचे सेंटर च एक न्यूक्लियस हुंदा बहुत ही जिसचे नेगेटिव और ਉਹਦੇ आस-पास ਉਹਦੇ इलेक्ट्रॉन्स ਹੁੰਦੇ ਨੇ, इलेक्ट्रिक नेगेटिवली चार्ज पार्टिकल्स ਹੁੰਦੇ ਨੇ और सेंटर च पॉजिटिव पार्टिकल्स ਹੁੰਦੇ ਨੇ। सो एटम ਜਿਹੜਾ ਆ ਉਹ ਅਸੀਂ ਡਿਟੇਲ ਚ ਕਰਾਂਗੇ ਐਟੋਮਿਕ ਥਿਊਰੀਜ਼ ਜਿੰਨੀਆਂ ਵੀ ਨੇ। ਐਟਮ ਇੰਨਾ ਛੋਟਾ ਪਾਰਟੀਕਲ ਅਸੀਂ ਪਹਿਲੇ ਗੱਲ ਕੀਤੀ ਸੀਗੀ ਤੇ ਸਾਨੂੰ ਇਹ ਮਾਈਕਰੋਸਕੋਪ ਸਿੰਪਲ ਦੇ ਨਾਲ ਦਿਖਾਈ नहीं दे पाਉਂਦਾ। क्लियर। रॉरर एंड गर्ड बिनिंग ਦੇ ਨਾਲ ਇਹਨਾਂ ਨੇ ਇੱਕ ਡਿਵਾਈਸ ਦਿੱਤੀ ਵਰਲਡ ਨੂੰ, ਉਸ ਨੂੰ ਅਸੀਂ ਬੋਲਦੇ STM ਸਕੈਨਿੰਗ ਟਨਲਿੰਗ ਮਾਈਕਰੋਸਕੋਪ। ਇੱਕ ਪਾਵਰਫੁਲ ਇਨਸਟਰੂਮੈਂਟ ਹੁੰਦਾ ਜਿਹੜਾ ਕਿ ਕਿਸੇ ਵੀ ਸਰਫੇਸ ਦੇ ਉੱਤੇ ਐਟੋਮਿਕ ਲੈਵਲ ਨੂੰ ਵੇਖ ਪਾਉਂਦਾ ਪ੍ਰੋਪਰਲੀ, ਠੀਕ ਹੈ ਨਾ। ਇਹਨਾਂ ਨੂੰ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ ਸੀਗਾ 1986 ਚ ਉਹਨਾਂ ਦੇ ਵਰਕ ਦੇ ਲਈ। ਸੋ ਉਸ ਤੋਂ ਬਾਅਦ ਇਹਦੇ ਨਾਲ ਬਹੁਤ ਸਾਰੇ ਐਟੋਮਿਕ ਸਰਫੇਸਿਸ ਦੇਖੇ ਗਏ, ਹੋਰ ਵੀ ਸਰਚਸ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਰੀਸੈਂਟਲੀ 3 ਇਅਰਸ ਬੈਕ ਅਗਰ ਗੱਲ ਕਰੀਏ ਤੇ 2017 ਦੇ ਵਿੱਚ, ਠੀਕ ਹੈ ਨਾ, ਆਰਾ ਐਪਕੈਰੀਅਨ ਇਹਨਾਂ ਨੇ ਔਰ ਇਹਨਾਂ ਦੀ ਟੀਮ ਨੇ ਰਲ ਕੇ ਸਕੈਨਿੰਗ ਟਨਲਿੰਗ ਮਾਈਕਰੋਸਕੋਪ ਦੇ ਨਾਲ ਹੀ ਇੱਕ ਨਾਈਟ੍ਰੋਜਨ ਐਟਮਸ ਦੀ ਇੱਕ ਇਹਨਾਂ ਨੇ ਪਿਕਚਰ ਦਿੱਤੀ ਸੀਗੀ, ਉਹਦੀ ਸਕੈਨਿੰਗ ਕੀਤੀ ਔਰ ਉਸ ਤੋਂ ਬਾਅਦ ਉਹਦੀ ਜਿਹੜੀ ਪਿਕਚਰ ਸਾਨੂੰ ਦਿੱਤੀ ਇਹਨਾਂ ਨੇ ਕੁਝ ਆਪਣੀ LED ਲਾਈਟਸ ਔਰ ਕੁਝ ਆਪਣੇ ਐਕਸਟਰਾ ਜੋ ਉਹਨਾਂ ਨੇ ਇਮੇजेस ਸੀਗੀਆਂ ਉਹਨੂੰ ਸਕੈਨ ਕਰਕੇ ਸਾਨੂੰ ਜੋ ਪਿਕਚਰ ਦਿੱਤੀਆਂ ਉਹ ਕੁਝ ਐਦਾਂ ਦੀ ਸੀਗੀ। ਕਲੀਅਰ। ਸੋ ਇਹ ਕਿਹੜਾ ਐਟਮ ਉਹਨਾਂ ਨੇ ਪਿਕਚਰਾਈਜ਼ ਕੀਤਾ ਥੋੜਾ ਡਿਟੇਲ ਦੇ ਵਿੱਚ ਕਲੋਜ਼ਲੀ ਦੇਖਿਆ ਗਿਆ ਨਾਈਟ੍ਰੋਜਨ ਐਟਮ। ਫਿਰ ਉਹਨਾਂ ਨੇ ਥੋੜੇ ਐਜਸ ਹੋਰ ਸ਼ਾਰਪ ਕੀਤੇ ਔਰ ਐਜਸ ਸ਼ਾਰਪ ਕਰਨ ਤੋਂ ਬਾਅਦ ਕੁਝ ਉਹਦੀ ਪਿਕਚਰ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੱਤੀ ਕਿ ਜੋ ਬਿਲਕੁਲ ਸੈਂਟਰ 'ਚ ਡਾਰਕ ਆ ਜੀ ਨਾਈਟ੍ਰੋਜਨ ਐਟਮ ਜਿਹੜਾ ਆ ਉਹ ਕੀ ਆ, ਉਹਦਾ ਨਿਊਕਲੀਅਸ ਆ, ਕੇਂਦਰਕ ਆ, ਜੋ ਕਿ ਡਾਲਟਨ ਨੇ ਜੋ ਸਾਨੂੰ ਪਿਕਚਰਸ ਦਿੱਤੀਆਂ ਸੀ ਐਟਮਸ ਦੇ ਸਾਰੇ ਕਾਫੀ ਸਾਰੇ ਐਟਮਸ ਦੇ ਜੋ ਉਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਸੀਗਾ ਉਹਦੀ ਪਿਕਚਰਸ ਦੇ ਨਾਲ ਰਿਜ਼ੈਂਬਲ ਕਰ ਰਿਹਾ ਸੀਗਾ, ਠੀਕ ਹੈ। ਹੋਰ ਵੀ ਬਹੁਤ ਸਾਰੀ ਰਿਸਰਚਸ ਚੱਲਦੀਆਂ ਰਹਿੰਦੀਆਂ ਨੇ ਡੇ ਬਾਏ ਡੇ ਔਰ ਸਾਇੰਟਿਸਟ ਡੇ ਬਾਏ ਡੇ ਐਟਮਸ ਨੂੰ ਲੈ ਕੇ ਯਾਨੀ ਕੈਮਿਸਟਰੀ ਲਾਈਨ ਦੇ ਵਿੱਚ ਲੈ ਕੇ ਵਰਲਡ ਨੂੰ ਲੈ ਕੇ ਬਹੁਤ ਸਾਰੀਆਂ ਡਿਸਕਵਰੀਜ਼ ਕਰ ਰਹੇ ਨੇ ਔਰ ਕੁਝ ਇਨਵੈਂਸ਼ਨਸ ਵੀ ਕਰ ਰਹੇ ਨੇ ਤਾਂ ਕਿ ਸਾਨੂੰ ਹੋਰ ਕੈਮਿਸਟਰੀ ਨੂੰ ਡਿਟੇਲ ਚ ਆਪਾਂ ਅੰਡਰਸਟੈਂਡ ਕਰ ਸਕੀਏ। ਸੋ ਅੱਜ ਅਸੀਂ ਦੇਖਿਆ ਕਿ ਐਟਮਸ ਦੀ ਡਿਸਕਵਰੀ ਕਿਵੇਂ ਹੋਈ ਤੇ ਕਿੰਨੇ ਕੀਤੀ ਔਰ ਕਿਵੇਂ ਅੱਗੇ ਅੱਗੇ ਥਿਊਰੀ ਇਹਦੀ ਇਨਕਰੀਜ਼ ਹੋਈ। ਸੋ ਅਗਲੇ ਟੌਪਿਕਸ ਚ ਅਸੀਂ ਕੁਝ ਇਹਦੇ ਸਿੰਬਲਸ ਕਰਾਂਗੇ, ਕੁਝ ਤੱਤਾਂ ਬਾਰੇ ਪੜਾਂਗੇ ਔਰ ਉਹਨਾਂ ਦੇ ਸਿੰਬਲਸ ਕਿਵੇਂ ਯਾਦ ਰੱਖਣੇ ਉਹ ਕਰਾਂਗੇ। ਸੋ ਅੱਗੇ ਅਸੀਂ ਤੱਤਾਂ ਦੇ ਫਾਰਮੂਲੇ ਸਿੰਬਲਸ ਉਹਨਾਂ ਦੇ ਜਿਹੜੇ ਵੀ ਕੰਪਾਊਂਡਸ ਹੋਣਗੇ ਉਹਨਾਂ ਬਾਰੇ ਵੀ ਪੜਾਂਗੇ। ਸੋ स्टे होम एंड स्टे सेफ बेटा और अपना ख्याल रखो घर दे विच और अपनी सेफली तुसी अपनी स्टडी भी करो और होपफुली तुसी ये टॉपिक समझ चुके होवोगे। थैंक यू।